पहला कुदरत से कुदरत सुनिए, कुदरत पौ सुखसार, कुदरत पाताली आकाशी, कुदरत सर्व आकार, कुदरत वेद पुराण, कुदरत सर्व विचार, कुदरत खाना पीना पहनना, कुदरत सर्व प्यार, कुदरत जाति जिनसी रंगी, कुदरत जी जहान, कुदरत ने किया दिया, कुदरत मान अभिमान, कुदरत कौन पानी बेसंतर, कुदरत धरती खाक, सब तेरी कुदरत तू कादिर करता, पाकी नाई पाक, नानक हुक्मे अंदर वेखे, वरते ताको ताक। वाहिगुरु जी। आंटी ਦੇ ਨਾਲ ਨਾ ਇੱਕ ਵਾਰ ਪਹਿਲੀ ਪੌੜੀ ਪੜੋ, ਆਸਾ ਕੀ ਵਾਰ ਦੀ ਜੋ ਪਹਿਲੇ ਛੰਤ ਦੀ ਪੌੜੀ ਹੈਗੀ ਹੈ ਨਾ, ਉਹ ਵੀ ਪੜਿਓ। ਕਿਹੜੀ? ਜੋ ਸਭ ਤੋਂ ਪਹਿਲੀ ਪੌੜੀ, ਆਪੀ ਨੇ ਆਪ ਸਾਜਿਓ, ਆਪੀ ਨੇ ਆਪ ਸਾਜਿਓ। ਆਸਾ ਦੀ ਵਾਰ ਦੀ ਪਹਿਲੀ। ਹਾਂਜੀ। आपी ने आप साजियो, आपी ने रचियो नाम। पढ़ियो पढ़ियो। हाँ, आपी ने आप साजियो, आपी ने रचियो नाओ, दुए कुदरत साजिए कर आसन डिठो जाओ, दाता करता आप तू, तुस देवे करे पसाओ, तू जानोई सब से दे ले से जिंद गवाओ, कर आसन डिठो जाओ, कर आसन डिठो जाओ। वाहिगुरु 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 वाहिगुरु। दीन दयाल सच्चे पातशाह, गरीब निवाज, तीनों लोकां दे मालक, शाह शहनशाह, जोत रूप हर आप, गुरु नानक कहायो, ताते अंगत पियो, तत् स्यों तत् मिलायो, अंगत कृपा तार, अमर सतगुर थिर कियो, अमरदास अमृत छत्र, गुरु रामे दियो, गुरु रामदास दर्शन परस के, मथुरा अमृत बयन, मूरत पंच प्रमाण पुरख, गुरु अर्जन पिखो नयन, मूरत पंच प्रमाण पुरख, गुरु अर्जन पिखो नयन। मेला पहला श्री गुरु नानक देव महाराज जी दी परम बाणी, कुदरत दिसै कुदरत सुनिए, कुदरत पाओ सुख सार। ਇਹਦੇ ਨਾਲ ਮੈਂ ਤੁਹਾਨੂੰ ਪਹਿਲੀ ਪੌੜੀ ਪੜਨ ਵਾਸਤੇ ਇਸ ਲਈ ਕਿਹਾ ਸੀ ਕਿਉਂਕਿ ਜੋ ਮਹਾਰਾਜ ਦੀ ਪਹਿਲੀ ਪੌੜੀ ਹੈ ਉਹ ਇੰਨੀ ਵੱਡੀ ਹੈਗੀ ਹੈ ਕਿ ਅਸੀਂ ਕਿੱਥੇ ਵੀ ਉਹਨੂੰ ਰਿਲੇਟ ਕਰ ਸਕਦੇ ਹਾਂ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀਏ ਕਰ ਆਸਨ ਡਿਠੋ ਚਾਓ। ਤੇ ਅਸੀਂ ਜੋ ਮੈਂ ਆਪਣੇ ਐਕਸਪੀਰੀਅੰਸ ਵਿੱਚ ਦੇਖਿਆ, ਅਸੀਂ ਜਦ ਵੀ ਬਾਣੀ ਨੂੰ ਰਿਲੇਟ ਕਰਨੇ ਆ, ਜਿੰਨੀ ਬਾਣੀ ਅਸੀਂ ਪੜ੍ਹਨੇ ਆ, ਜਿੱਥੇ ਜਿੱਥੇ ਅਸੀਂ ਰਿਲੇਟ ਕਰਨੇ ਆ, ਉਹ ਥੋੜਾ ਈਜ਼ੀ ਟੂ ਅੰਡਰਸਟੈਂਡ ਹੋ ਜਾਂਦਾ। ਤੇ ਮੈਂ ਪਹਿਲੀ ਪੌੜੀ ਪੜ੍ਹਨ ਨੂੰ ਇਸ ਲਈ ਕਿਹਾ ਸੀ ਕਿਉਂਕਿ ਅਸੀਂ ਹੁਣੇ ਹੀ ਪਹਿਲੀ ਪੌੜੀ ਕੀਤੀ ਹੈ 2 ਜਾਂ 3 ਦਿਨ ਪਹਿਲੇ, ਤਾਂ ਹੁਣ ਉਹਨੂੰ ਇਸ ਚੀਜ਼ ਨਾਲ ਰਿਲੇਟ ਕਰਨਾ ਜਿੱਥੇ ਮਹਾਰਾਜ ਫਿਰ ਉਹਨੂੰ ਇਲੈਬੋਰੇਟ ਕਰਦੇ ਹੋਏ, ਐਕਸਪਲੇਨ ਕਰਦੇ ਹੋਏ ਸਾਨੂੰ ਦੱਸ ਰਹੇ ਨੇ ਕਿ ਕੁਦਰਤ ਦਿਸੈ ਕੁਦਰਤ ਸੁਣੀਏ, ਕੁਦਰਤ ਬਹੁਤ ਸੁਖਸਾਰ। ਜਿੱਥੇ ਮਹਾਰਾਜ ਨੇ ਪਹਿਲੇ ਕਿਹਾ ਹੈ ਕਿ ਆਪੀ ਨੇ ਆਪ ਸਾਜਿਓ, आपी ने रचियो नाओ, दुई कुदरत साजी है कर आसन डिठो चाओ। ਇਹਦਾ ਮਤਲਬ ਹੈ ਕਿ ਜੋ ਕੁਦਰਤ ਹੈਗੀ ਹੈ ਉਹ ਸਾਰੀ ਦੀ ਸਾਰੀ ਕੁਦਰਤ ਤੁਹਾਡੀ ਰਚਨਾ ਹੈਗੀ ਹੈ। ਜੋ ਕੁਦਰਤ ਕੈਰੀ ਔਨ ਕਰ ਰਹੀ ਹੈ, ਜੋ ਉਹਦੇ ਅੰਦਰ ਚੱਲ ਰਿਹਾ, ਉਹ ਵੀ ਤੁਹਾਡੀ ਰਚਨਾ ਹੈਗੀ ਹੈ। ਤੇ ਮਹਾਰਾਜ ਕਹਿੰਦੇ ਕਰ ਆਸਨ ਡਿਠੋ ਚਾਓ, ਤੇ ਤੁਸੀਂ ਆਪ ਹੀ ਕੁਦਰਤ ਦੇ ਅੰਦਰ ਬਹਿ ਕੇ ਹੀ ਸਾਰਾ ਵਰਤਾਰਾ ਕਰ ਰਹੇ ਹੋ। ਅੱਗੇ ਮਹਾਰਾਜ ਉਹਨੂੰ ਇੱਥੇ ਹੁਣ ਰਿਲੇਟ ਕਰਦੇ ਹੋ, ਉਸੇ ਚੀਜ਼ ਨੂੰ ਕਹਿ ਰਹੇ ਨੇ ਕਿ ਕੁਦਰਤ ਦਿਸੈ ਕੁਦਰਤ ਸੁਣੀਏ, ਕੁਦਰਤ ਬਹੁਤ ਸੁਖਸਾਰ। ਕਹਿੰਦੇ ਨੇ ਕਿ ਜੋ ਇਹ ਕੁਦਰਤ ਦੇ ਅੰਦਰ ਅਸੀਂ ਦੇਖ ਰਹੇ ਹਾਂ, ਕੁਦਰਤ ਦਿਸੈ, ਜੋ ਅਸੀਂ ਸੁਣ ਰਹੇ ਹਾਂ, ਕੁਦਰਤ ਸੁਣੀਏ, ਕੁਦਰਤ ਬਹੁਤ ਸੁਖਸਾਰ। ਭਾਉ ਦਾ ਮਤਲਬ ਹੁੰਦਾ ਹੈ ਡਰ, ਸੁੱਖ ਦਾ ਮਤਲਬ ਹੁੰਦਾ ਹੈ ਜੋ ਅਸੀਂ ਨੋਰਮਲੀ ਸੁੱਖ ਕਹਿੰਦੇ ਹਾਂ। ਕਹਿੰਦੇ ਕਿ ਮਹਾਰਾਜ ਸਾਡਾ ਦੇਖਣਾ, ਬਹਿਣਾ, ਉੱਠਣਾ, ਸਾਡਾ ਜਿੰਨੀ ਵੀ ਫਿਜ਼ੀਕਲ ਐਕਟੀਵਿਟੀ ਹੈ, ਮੈਂਟਲ ਐਕਟੀਵਿਟੀ ਹੈਗੀ ਹੈ, ਇਮੋਸ਼ਨਲ ਐਕਟੀਵਿਟੀ ਹੈਗੀ ਹੈ, ਇਹ ਸਭ ਤੁਹਾਡੀ ਕੁਦਰਤ ਕਰਕੇ ਹੈਗਾ। ਤੁਸੀਂ ਜੋ ਕੁਦਰਤ ਰਚੀ ਹੈ ਉਹਦੇ ਕਰਕੇ ਹੈਗਾ। ਤੁਹਾਡੀ ਕੁਦਰਤ ਨੂੰ ਮਹਾਰਾਜ ਨੇ ਤੇ ਉਹਨਾਂ ਦੀ ਸ਼ਕਤੀ ਵੀ ਕਿਹਾ, ਕਿਉਂਕਿ ਕੁਦਰਤ ਨੂੰ ਮਹਾਰਾਜ ਦੀ ਸ਼ਕਤੀ ਕਿਹਾ ਹੈ। ਕਹਿੰਦੇ ਸਭ ਕੁਝ ਤੁਹਾਡੇ ਕਰਕੇ ਹੀ ਹੋ ਰਿਹਾ, ਇਹ ਸਭ ਕੁਝ ਤੁਹਾਡੇ ਹੁਕਮ ਦੇ ਅੰਦਰ ਹੋ ਰਿਹਾ ਹੈ, ਸਭ ਕੁਝ ਤੁਹਾਡੀ ਰਜ਼ਾ ਦੇ ਅੰਦਰ ਹੋ ਰਿਹਾ ਹੈ, ਤੇ ਸਭ ਕੁਝ ਤੁਹਾਡੇ ਕਰਕੇ ਹੀ ਹੋ ਰਿਹਾ।
ਇਹਦਾ ਇੱਕ ਮੀਨਿੰਗ ਇਹ ਵੀ ਕਹਿ ਸਕਦੇ ਹਾਂ ਕਿ ਅਸੀਂ ਜੋ ਕਰ ਰਹੇ ਹਾਂ ਸਾਡਾ ਉਹਦੇ ਵਿੱਚ ਕੋਈ ਵੀ ਹੱਥ ਨਹੀਂ। ਇਹ ਸਭ ਕੁਝ ਕਰਾਉਣ ਵਾਲੇ ਸਤਿਗੁਰੂ ਮਹਾਰਾਜ ਆਪ ਹੀ ਹੈਗੇ ਨੇ, ਜੋ ਆਪ ਹੀ ਅੰਦਰ ਬਹਿ ਕੇ ਸਭ ਕੁਝ ਕਰਾ ਰਹੇ ਨੇ ਇਨਸਾਨ ਤੋਂ। ਇਨਸਾਨ ਹੋਏ ਜਾਂ ਕੋਈ ਵੀ ਜਾਨਵਰ ਹੋਏ, ਕੋਈ ਵੀ ਲਿਵਿੰਗ ਆਰਗੇਨਿਜ਼ਮ ਹੋਏ, ਉਹਦਾ ਜਿੰਨੀ ਵੀ ਐਕਟੀਵਿਟੀ ਹੋ ਰਹੀ ਹੈ ਉਹ ਆਪ ਮਹਾਰਾਜ ਆਪ ਹੀ ਕਰਾ ਰਹੇ ਨੇ। ਉਹਦੀ ਕੁਦਰਤ ਦਾ ਖੇਡ ਹੈਗਾ। ਫਿਰ ਮਹਾਰਾਜ ਕਹਿੰਦੇ ਨੇ ਕੁਦਰਤ ਪਾਤਾ ਲਿਆ ਕਾਸੀ ਕੁਦਰਤ ਸਰਬ ਆਕਾਰ। ਫਿਰ ਮਹਾਰਾਜ ਐਗਜ਼ਿਸਟੈਂਸ ਤੇ ਆ ਜਾਂਦੇ ਨੇ। ਹੁਣ ਇਨਸਾਨ, ਪਹਿਲੇ ਇਨਸਾਨ ਦੀ ਦੱਸੇ ਕਿ ਇਨਸਾਨ ਉਹ ਪੜ੍ਹਦੇ ਨੇ, ਇਹ ਗ੍ਰੰਥਾਂ ਨੂੰ ਪੜ੍ਹਦੇ ਨੇ ਜਿਨ੍ਹਾਂ ਵਿੱਚ ਉਹਨਾਂ ਦੀ ਫਾਰਮਲ ਟ੍ਰੇਨਿੰਗ ਹੈਗੀ ਹੈ। ਕੁਰਾਨ ਹੈਗੀ ਹੈ, ਬਾਈਬਲ ਹੈਗੀ ਹੈ ਤੇ ਯਹੂਦੀਆਂ ਦੀ ਹੈਗੀ ਹੈ, ਜਿਹਦੇ ਚ ਉਹ ਪੜ੍ਹਦੇ ਨੇ ਤੇ ਅੱਗੇ ਉਹ ਉਹੀ ਚੀਜ਼ ਉਹਨੂੰ ਹੋਲੀ ਬੁੱਕ ਮੰਨਦੇ ਨੇ। ਹੋਲੀ ਬੁੱਕ ਤਾਂ ਵੈਸੇ ਆਈ ਥਿੰਕ ਸਿਰਫ ਮਹਾਰਾਜ ਨੇ ਸਾਨੂੰ ਕਿਹਾ, ਉਹਨਾਂ ਨੂੰ ਸਿਰਫ ਰੈਫਰੈਂਸਿੰਗ ਵਾਸਤੇ ਕਿਹਾ ਗਿਆ ਕਿ ਇਹ ਬੁੱਕਸ ਲੈਣੀਆਂ ਨੇ। ਉਹ ਮੱਥਾ ਨਹੀਂ ਟੇਕਦੇ। ਜਿਵੇਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਨੇ ਆ, ਉਹ ਲੋਕ ਉਹਨੂੰ ਪੜ੍ਹਦੇ ਨੇ ਬਟ ਉਹਨੂੰ ਮੱਥਾ ਨਹੀਂ ਟੇਕਦੇ। ਜਿਵੇਂ ਮੁਸਲਮਾਨ ਅਸੀਂ ਦੇਖਦੇ ਹਾਂ ਕਿ ਕਬਰਾਂ ਤੇ ਮੱਥਾ ਟੇਕਦੇ ਨੇ, ਚਰਚ ਚ ਉਹ ਜੀਸਸ ਕ੍ਰਾਈਸਟ ਦੇ ਉਹਦੇ ਤੇ ਮੱਥਾ ਟੇਕਦੇ ਨੇ। ਆਈ ਥਿੰਕ ਯਹੂਦੀਆਂ ਦਾ ਵੀ ਸੇਮ ਔਨ ਦ ਸੇਮ ਲੈਵਲ ਹੈ। ਆਈ ਐਮ ਨੋਟ ਸ਼ੋਰ ਐਗਜ਼ੈਕਟਲੀ, ਅਗਰ ਆਪਣਾ ਸਾਡੀ ਸੰਗਤ ਵਿੱਚ ਕਿਸੇ ਨੂੰ ਐਗਜ਼ੈਕਟਲੀ ਪਤਾ ਯਹੂਦੀਆਂ ਦਾ ਤੇ ਉਹ ਪਲੀਜ਼ ਹੁਣ ਸ਼ੇਅਰ ਕਰ ਸਕਦੇ ਨੇ ਕਿ ਉਹ ਕਿਵੇਂ ਪ੍ਰੇ ਕਰਦੇ ਨੇ। ਬਾਈਬਲ ਦੇ ਵਰਸਿਸ ਹੀ ਪੜ੍ਹਦੇ ਆ ਲੋਕ, ਉਹ ਐਸਾ ਮੱਥਾ ਨਹੀਂ ਟੇਕਦੇ। ਕਿਉਂਕਿ ਆਈ ਥਿੰਕ ਉਹ ਵੀ ਸੇਮ ਚਰਚ ਹੀ ਜਾਂਦੇ ਨੇ ਆਂਟੀ। ਹਾਂ, ਔਰ ਉਹ ਜਿਹੜੇ ਮੁਸਲਿਮਸ ਵੀ ਹੈ ਪੰਜ ਨਮਾਜ਼ੀ, ਉਹ ਕਿਤੇ ਵੀ ਬੈਠ ਕੇ ਕਿਤੇ ਸਿਜਦਾ ਕਰਦੇ ਆ। ਉਹ ਪਰਮਾਤਮਾ ਨੂੰ, ਕਾਇਨਾਤ ਨੂੰ ਹਾਜ਼ਰ ਨਾਜ਼ਰ ਮੰਨਦੇ। ਬਟ ਉਹ ਜਿਹੜੀ ਪੜ੍ਹਦੇ ਨੇ ਕੁਰਾਨ, ਉਹ ਫਿਰ ਉਹ ਇੱਕ ਸਿਟਿੰਗ ਹੁੰਦੀ ਹੈ ਇਹਨਾਂ ਦੀ, ਨਾਟ ਦੈਟ ਕਿ ਆਈ ਥਿੰਕ। ਹਾਂ, ਲੇਕਿਨ ਮੱਥਾ ਨਹੀਂ ਟੇਕਦੇ। ਮੱਥਾ ਟੇਕਣਾ ਸਿਰਫ ਮਹਾਰਾਜ ਨੇ ਸਾਨੂੰ ਇਹ ਹੁਕਮ ਹੈਗਾ ਮਹਾਰਾਜ ਦਾ। ਗੁਰੂ ਮਾਨਿਓ ਗ੍ਰੰਥ ਨੂੰ ਪਹਿਲੇ ਹੀ ਸਿੱਖੀ ਧਰਮ ਹੀ ਹੈਗਾ ਜਿਹਨੂੰ ਗ੍ਰੰਥ ਨੂੰ ਗੁਰੂ ਮੰਨਿਆ ਗਿਆ, ਤੇ ਗੁਰੂ ਦੇ ਕਹੇ ਹੋਏ ਨੂੰ ਗੁਰੂ ਮੰਨਿਆ ਗਿਆ। ਤੇ ਕੁਦਰਤ ਵੇਦ ਪੁਰਾਣ ਕਿਤਾਬਾਂ ਕੁਦਰਤ ਸਰਬ ਵਿਚਾਰ। ਤੇ ਮਹਾਰਾਜ ਕਹਿੰਦੇ ਨੇ ਕਿ ਇਹ ਜੋ ਪਹਿਲੇ ਹਿੰਦੂ ਧਰਮ ਦੇ ਵੇਦ ਹੋਏ ਨੇ, ਜਿਵੇਂ ਅਸੀਂ ਕੱਲ ਡਿਸਕਸ ਕੀਤਾ ਸੀ, 4 ਵੇਦ ਹੈਗੇ ਨੇ, ਸਾਮ ਵੇਦ, ਜਜੁਰਵੇਦ, ਸਾਮ ਕਹੇ ਸਤੰਬਰ ਸਵਾਮੀ, ਜਜੁਰਵੇਦ ਹੈਗਾ, ਕਲਮੇ ਵੇਦ, ਤੇ ਇੱਕ ਹੈਗਾ अथर्ववेद। अथर्ववेद नहीं, मैं तुम्हें दसा है क्योंकि आशा की बार अंदर तो मैंने उस करके याद है। शाम कहे सितंबर स्वामी सच में आखे साच रहे, सबको सच समावे, ऋग के रहा भरपूर। ऋग्वेद राम नाम देवा में सूर ना ले प्राचत जाए, नानक तो मुखंतर पाए, जुज में जोर छली चंद्रावल। तीजा वेद है जजुर्वेद, ये चौथा वेद है कलवेद। कल में वेद अथर्वन हुआ, नौ खुदाए अलो पया, नील वस्त्र कपड़े पहरे, तुरंत पठानी अमल किया। चारे वेद होए सचार, पढ़े गुने तेने 4 विचार। ते ए 4 वेद ने जिन्हां ते, लेकिन एहो ही कहंदे ने कि वेद भी परमात्मा ने आपने लिखे, परमात्मा दा स्मरण करदे होए लोकां ने लिखे ने, जो ऋषि होए ने उस टाइम ते उन्हां ने लिखे ने ए वेद। आई थिंक ए वेद भी उन्हां दे नां ते ही हैगे ने। हम एदा भी ऋषियां दे नां ते ही हैगे ने उन्हां दे। ਤੇ ਮਾਰਾ ਕਹਿੰਦੇ ਇਹ ਜਿਹੜਾ ਤੁਹਾਡੇ ਜਿੰਨੇ ਆਯੁਰਵੇਦ ਵਗੈਰਾ ਜਿਹੜੀ ਗਿਆਨ ਹੈ ਨਾ, ਸਾਰੇ ਇਹਨਾਂ ਵੇਦਾਂ ਸ਼ਾਸਤਰਾਂ ਚ ਹੈ। ਹਾਂਜੀ ਹਾਂਜੀ, ਇਹਦੇ ਚ ਇਵਨ ਤੁਹਾਡਾ ਹੋਰੋਸਕੋਪ ਇਹਦੇ ਤੋਂ ਆਉਂਦਾ ਹੈ। ਉਹ ਕਹਿੰਦੇ ਨਾ 9 ਨਿਧੀਆਂ 18 ਸਿੱਧੀਆਂ ਉਹਨਾਂ ਚ ਇੱਕ ਹੈਗੀ ਹੈ। ਜਿਵੇਂ ਹੋਰੋਸਕੋਪ ਅਸੀਂ ਪੜ੍ਹਨੇ ਉਹ ਵੀ ਇਹਨਾਂ ਚ ਹੈਗਾ, ਆਯੁਰਵੇਦ ਵੀ ਉਹਨਾਂ ਤੋਂ ਹੈਗਾ। ਤੇ ਆਯੁਰਵੇਦ ਤਾਂ ਲੇਕਿਨ ਆਂਟੀ ਉਹ ਮੋਸਟਲੀ ਕਹਿੰਦੇ ਨੇ ਕਿ ਪਤੰਜਲੀ ਨੇ ਲਿਖਿਆ ਹੈ, ਜੋ ਯੋਗ ਹੈ। ਵੇਦ ਹੈ ਵੀ ਪਾਰਟ ਆਫ ਦ ਵੇਦ ਹੀ ਹੈ ਨਾ। ਹਾਂਜੀ, ਸਬ ਡਿਵੀਜ਼ਨਸ ਹੈ ਨਾ ਅੱਗੇ। ਤੇ ਮਾਰਕ ਕਹਿੰਦੇ ਨੇ ਇਹ ਵੇਦ ਵੀ ਤੁਸੀਂ ਹੀ ਲਿਖੇ, ਤੁਹਾਡੀ ਸ਼ਕਤੀ ਨਾਲ ਹੀ ਲਿਖੇ ਗਏ। ਜਿੰਨੇ ਧਰਮ ਹੈਗੇ ਨੇ ਉਹਨਾਂ ਦੇ ਸਿਧਾਂਤ ਵੀ ਤੁਹਾਡੇ ਵੱਲੋਂ ਰਚੇ ਗਏ। ਤੇ ਸਾਰੀ ਸ਼ਕਤੀ ਦਾ ਜੋ ਹੈਗਾ ਇਹ ਤੁਸੀਂ ਹੀ ਸਮੂਹ, ਇੱਕ ਕੰਸੈਂਟਰਿਕ, ਤੁਸੀਂ ਹੀ ਨਿਊਕਲੀਅਸ ਹੋਏ ਪੂਰੀ ਸ਼ਕਤੀ ਦਾ। ਔਰ ਦੀ ਸੈਂਟਰ ਪੁਆਇੰਟ ਤੁਸੀਂ ਹੈਗੇ। ਜਿਵੇਂ ਇੱਕ ਅਰਥ ਦਾ ਇੱਕ ਸੈਂਟਰ ਪੁਆਇੰਟ ਕੋਰ ਹੈਗਾ ਜੋ ਵਿੱਚ ਅੱਗ ਬਲਦੀ ਹੈ ਤੇ ਉਹਦੇ ਕਰਕੇ ਸਾਰੀ ਅਰਥ ਐਗਜ਼ਿਸਟ ਕਰ ਰਹੀ ਹੈ। ਉਹੀ ਹੈਗਾ ਜੋ ਅੰਦਰ ਤੁਸੀਂ ਅੰਦਰ ਬੈਠੇ ਹੋ ਸਭ ਦੇ। ਇੱਕ ਨਿਊਕਲੀਅਸ ਹੁੰਦਾ ਜਿਵੇਂ ਇੱਕ ਐਟਮ ਵਿੱਚ, ਉਹ ਸੈਂਟਰ ਪਾਰਟ ਹੁੰਦਾ ਨਿਊਕਲੀਅਸ, ਤੇ ਬਾਕੀ ਉਹਦੇ ਹੀ ਪਾਵਰ ਕਰਕੇ ਉਹ ਐਟਮ ਦੀ ਐਗਜ਼ਿਸਟੈਂਸ ਹੈਗੀ ਹੈ। ਉਂਝ ਹੀ ਮਹਾਰਾਜ, ਮੇ ਬੀ ਦਿਸ ਐਕਸਪਲੇਨੇਸ਼ਨ ਕੈਨ ਬੀ ਰੋਂਗ, ਬਟ ਉਹ ਕਹਿੰਦੇ ਨੇ ਕਿ ਸਾਰੀ ਸਮੁੱਚੀ ਜੋ ਸ੍ਰਿਸ਼ਟੀ ਹੈਗੀ ਹੈ ਉਹਦੇ ਰਚయిਤਾ ਤੁਸੀਂ ਹੋ, ਤੇ ਆਪ ਹੀ ਅੰਦਰ ਬਹਿ ਕੇ ਸਭ ਕੁਝ ਪਾਵਰ ਕਰ ਰਹੇ ਹੋ।
ਸਭ ਨੂੰ ਚਲਾਉਣ ਵਾਲੇ ਵੀ ਤੁਸੀਂ ਹੋ, ਸਭ ਨੂੰ ਗਿਰਾਉਣ ਵਾਲੇ ਵੀ ਤੁਸੀਂ, ਚਲਾਉਣ ਵਾਲੇ ਵੀ ਤੁਸੀਂ, ਪੈਦਾ ਕਰਨ ਵਾਲੇ ਵੀ ਤੁਸੀਂ, ਮਾਰਨ ਵਾਲੇ ਵੀ ਤੁਸੀਂ। ਮਹਾਰਾਜ ਉਹਨੂੰ ਹੀ ਇਲੈਬੋਰੇਟ ਕਰਦੇ ਅੱਗੇ ਮਹਾਰਾਜ ਕਹਿੰਦੇ ਨੇ ਕਿ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ। ਕਹਿੰਦੇ ਜੋ ਇੰਨੇ ਕਰੋੜ ਜੀ ਜੰਤ ਹੈਗੇ ਨੇ, ਪਲਾਂਟਸ ਹੈਗੇ ਨੇ ਜੋ ਖਾ ਰਹੇ ਨੇ, ਪੀ ਰਹੇ ਨੇ, ਪਾ ਰਹੇ ਨੇ ਤੇ ਐਟਲੀਸਟ ਉਹਨਾਂ ਨੇ ਇਨਸਾਨਾਂ ਵਾਸਤੇ ਕਿਹਾ ਹੈ। ਤੇ ਉਹਨਾਂ ਦਾ ਜੋ ਸਮੂਹ ਪ੍ਰੇਮ ਹੈਗਾ, ਜੋ ਪਿਆਰ ਦਾ ਭਾਵ ਹੈਗਾ, ਇਹ ਸਭ ਤੇਰੀ ਕੁਦਰਤ ਹੈਗੀ ਹੈ, ਸਭ ਤੇਰੀ ਸ਼ਕਤੀ ਹੈ, ਸਭ ਤੇਰੀ ਕਰਨੀ ਹੈ। ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ। ਕਹਿੰਦੇ ਤੇਰੀ ਸ਼ਕਤੀ ਦੀ ਤਾਰਾਂ ਹੀ ਇੰਨੇ 84 ਲੱਖ ਜੋ ਜੂਨ ਹੈਗੀ ਹੈ, ਇਹ ਸਭ ਤੇਰੀ ਕੁਦਰਤ ਹੈਗੀ ਹੈ। ਉਹਨਾਂ ਦੇ ਵਿਭਿੰਨ ਰੰਗ, ਕਹਿੰਦੇ ਕੁਦਰਤ ਜਾਤੀ ਜਿਨਸੀ ਰੰਗੀ, ਜੋ ਰੰਗ ਹੈਗੇ ਨੇ ਉਹ ਵੀ ਤੇਰੇ ਆਵਾਜ਼ ਚਲੀ ਗਈ ਨਾ। ਕਿਵੇਂ ਨੇ ਕੁਦਰਤ ਜੀ ਜਹਾਨ, ਕਹਿੰਦੇ ਨੇ ਕਰੋੜੋਂ ਕਰੋੜ ਬੇਅੰਤ। ਹੈਲੋ ਹਾਂਜੀ ਹਾਂਜੀ ਸੁਣ ਰਹੇ ਹਾਂ, ਸੁਣ ਰਹੇ ਹਾਂ। ਹਾਂਜੀ ਆ ਰਹੀ ਹੈ ਆਵਾਜ਼? ਹਾਂਜੀ ਵਾਹਿਗੁਰੂ 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 ਵਾਹਿਗੁਰੂ। ਮਰ ਕਹਿੰਦੇ ਕਿ ਕਰੋੜ ਜੀ ਜੰਤ ਅਣਗਿਣਤ ਇਸ ਦੁਨੀਆ 'ਚ, ਦੂਜੀ ਦੁਨੀਆ 'ਚ, ਉਹ ਸਭ ਤੇਰੇ ਕਰਕੇ ਹੀ ਜੀ ਰਹੇ ਨੇ, ਤੇਰੀ ਕੁਦਰਤ ਦੀ ਸ਼ਕਤੀ ਕਰਕੇ ਹੀ ਐਗਜ਼ਿਸਟੈਂਸਿਸ ਹੈਗੇ ਨੇ ਤੇ ਉਹ ਤਦੇ ਹੀ ਜੀ ਰਹੇ ਨੇ। ਤੇ ਮਹਾਰਾਜ ਫਿਰ ਕਹਿੰਦੇ ਨੇ ਕਿ ਤੁਹਾਡੀ ਸ਼ਕਤੀਆਂ ਕਰਕੇ ਹੀ, ਤੁਹਾਡੀ ਕਿਰਪਾ ਕਰਕੇ ਹੀ ਇਹ ਚੰਗਿਆਈਆਂ ਨੇ, ਚੰਗਿਆਈਆਂ ਬੁਰਾਈਆਂ। ਮਹਾਰਾਜ ਕਹਿੰਦੇ ਨੇ ਕਿ ਇਹ ਸਭ ਮਾਨ ਅਭਿਮਾਨ ਸਭ ਤੁਹਾਡੀ ਕਿਰਪਾ ਹੈਗੀ ਹੈ, ਚੰਗਿਆਈਆਂ ਬੁਰਾਈਆਂ। ਮਹਾਰਾਜ ਹੋਰ ਕਿਤੇ ਕਹਿੰਦੇ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਭਿਮਾਨ, ਇਹ ਸਭ ਕੁਛ ਤੁਹਾਡੀ ਕਿਰਪਾ, ਤੁਹਾਡੇ ਨੇਚਰ ਦੀ ਜੋ ਸਾਈਕਲ ਤੁਸੀਂ ਚਲਾਈ ਹੋਈ ਹੈ, ਤੁਹਾਡੀ ਕੁਦਰਤ ਦਾ ਜੋ ਪਾਵਰ ਸ਼ਿਫਟ ਚੱਲ ਰਿਹਾ, ਉਹਦੇ ਵਿੱਚ ਹੀ ਇਹਦਾ ਪਾਰਟ ਹੈਗਾ। ਇਹਦੇ ਮਹਾਰਾਜ ਇਹ ਵੀ ਕਹਿਣਾ ਚਾਹੁੰਦੇ ਨੇ, ਮਹਾਰਾਜ ਸਾਡੀ ਤੁੱਛ ਬੁੱਧੀ ਵੱਲੋਂ ਇਹ ਵੀ ਕਹਿਣਾ ਚਾਹੁੰਦੇ ਨੇ ਕਿ ਅਸੀਂ ਜੋ ਨੇਕੀ ਕੀਤੀ ਹੈ ਉਹ ਸਾਡੀ ਕੀਤੀ ਨਹੀਂ ਹੈਗੀ। ਤੇ ਨਾਲ ਮਹਾਰਾਜ ਸਾਨੂੰ ਜਿਹਨੂੰ ਸਮਝ ਆ ਜਾਏ ਉਹਦੇ ਵਾਸਤੇ ਤੇ ਕੁਛ ਨੇਕੀਆਂ ਨਹੀਂ ਤੇ ਕੁਛ ਬਦੀਆਂ ਨਹੀਂ, ਉਹਦੇ ਵਾਸਤੇ ਕੋਈ ਚੰਗਾ ਤੇ ਮਾੜਾ ਨਹੀਂ। ਜਿਹਨੂੰ ਜੋ ਉਹਦੇ ਨਾਲ ਜੁੜ ਜਾਂਦਾ ਉਹਦੇ ਵਾਸਤੇ ਕੋਈ ਚੰਗਾ ਤੇ ਕੋਈ ਮਾੜਾ ਨਹੀਂ, ਉਹ ਨਿਊਟਰਲ ਹੋ ਜਾਂਦਾ। ਉਸ ਤੋਂ ਪਹਿਲੇ ਨੇਕੀਆਂ ਵੀ ਸਾਡੀਆਂ ਕੀਤੀਆਂ ਹੋਈਆਂ ਨੇ, ਉਹ ਵੀ ਸਾਡੀ ਮੈਂ ਦੀ ਉਪਜ ਹੈ, ਤੇ ਬਦੀਆਂ ਵੀ ਸਾਡੀਆਂ ਕੀਤੀਆਂ ਹੋਈਆਂ, ਉਹ ਵੀ ਸਾਡੀ ਮੈਂ ਦੀ ਉਪਜ ਹੈਗੀ ਹੈ। ਕਿਉਂਕਿ ਕਈ ਸਟੀਕਾਂ ਵਿੱਚ ਉਹਨਾਂ ਨੇ ਕਿਹਾ ਹੈ ਕਿ ਜੇ ਤੁਸੀਂ ਕਿਹਾ ਜੇ ਸਾਰੇ ਚੰਗੇ ਕਰਮ ਤੇਰੇ ਕੀਤੇ ਹੋਏ ਨੇ ਤੇ ਸਾਡੇ ਮਾੜੇ ਕਰਮ ਵੀ ਕਹਿੰਦੇ ਨੇ ਉਹ ਵੀ ਤੇਰੇ ਹੀ ਕੀਤੇ ਹੋਏ ਨੇ। ਤਦ ਤੱਕ ਸਾਨੂੰ ਤੂੰ ਸਮਝ ਨਹੀਂ ਦਿੱਤੀ ਸੀ, ਸਾਡੇ ਹੱਥੋਂ ਤੁਸੀਂ ਕਰਾਏ ਨੇ। ਬਟ ਉਸ ਲੈਵਲ ਤੇ ਜੋ ਪਹੁੰਚ ਜਾਂਦਾ ਉਹ ਇਹ ਗੱਲ ਕਰ ਸਕਦਾ ਹੈ, ਜਿਹਨੂੰ ਇਹ ਸਮਝ ਆ ਜਾਂਦੀ ਹੈ। ਬਟ ਅਸੀਂ ਜਿਸ ਲੈਵਲ ਤੇ ਹੈਗੇ, ਅਸੀਂ ਤੇ ਹੁਣੇ ਵੀ ਨਿਮਾਣਾ ਹੋ ਕੇ ਆਹੀ ਮੰਗ ਸਕਦੇ ਹਾਂ, ਕਿਉਂਕਿ ਅਸੀਂ ਤੇ ਹੁਣੇ ਵੀ ਇੱਕ ਭਿਖਾਰੀ ਦੀ ਪੋਜੀਸ਼ਨ ਵਿੱਚ ਹੀ ਹੈਗੇ ਹਾਂ ਕਿ ਅਸੀਂ ਮੰਗ ਸਕਦੇ ਹਾਂ ਕਿ ਮਹਾਰਾਜ ਕਿ ਸਾਨੂੰ ਵੀ ਸਮਤ ਬਖਸ਼ੋ, ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਵੀ ਥੋੜੀ ਜਿਹੀ ਸਮਤ ਦਿਓ ਕਿ ਆਪ ਜੀ ਦੇ ਦਿੱਤੇ ਹੋਏ ਜੀਵਨ ਕਾਲ ਨੂੰ ਸਫਲ ਬਣਾ ਸਕੀਏ। ਜਿੰਨੇ ਚੰਗੇ ਕਰਮ ਕਰਾਣੇ ਮਹਾਰਾਜ ਆਪ ਕਰਾਓ, ਤੇ ਜਿੰਨੇ ਬੁਰੇ ਕਰਮ ਮੈਂ ਕੀਤੇ ਨੇ ਉਹਦੀ ਹੱਥ ਜੋੜ ਕੇ ਮਾਫੀ ਦਿਓ, ਕਿਉਂਕਿ ਆਪ ਹੀ ਰੱਖਣ ਹਾਰੋ, ਆਪ ਹੀ ਕਾਟਣ ਹਾਰੋ। ਤੁਸੀਂ ਚਾਹੋ ਤਾਂ 1 ਸਕਿੰਟ ਦੇ ਅੰਦਰ ਸਾਰੇ ਪਾਪ ਧੋ ਸਕਦੇ ਹੋ, 1 ਸਕਿੰਟ ਦੇ ਅੰਦਰ ਹੀ ਤੁਸੀਂ ਪੂਰਾ ਜੀਵਨ ਦਾ ਨਿਪਟਾਰਾ ਕਰ ਸਕਦੇ ਹੋ। ਉਹਦੇ ਵਿੱਚ ਹੁਣ ਇੱਕ ਮੈਨੂੰ ਇੱਕ ਪੁਰਾਣੀ ਕਹਾਣੀ ਹੈਗੀ ਹੈ ਮੈਥੋਲੋਜੀ ਦੀ, ਕਿ ਰਾਜਾ ਜਨਕ ਹੋਏ ਨੇ। ਕਹਿੰਦੇ ਨੇ ਰਾਜਾ ਜਨਕ ਨੇ ਬੜੇ ਪੁੰਨ ਕਮਾਏ ਨੇ, ਤੇ ਉਹਨੂੰ ਜਦ ਸਵਰਗ ਲੈ ਕੇ ਗਏ ਤੇ ਉਹਨਾਂ ਨੇ ਧਰਮਰਾਜ ਨੂੰ ਕਿਹਾ ਕਿ ਮੈਂ ਨਰਕ ਦੇ ਬਾਰੇ ਬਹੁਤ ਕਹਾਣੀਆਂ ਸੁਣੀਆਂ ਤੇ ਮੈਂ ਨਰਕ ਦੇਖਣਾ ਚਾਹੁੰਦਾ। ਤੇ ਕਹਿੰਦੇ ਨੇ ਜੋ ਰੱਬ ਦਾ ਨਾਮ ਕਮਾ ਕੇ ਉੱਤੇ ਜਾਂਦੇ, ਉਹਨੂੰ ਇੱਥੇ ਵੀ ਕੋਈ ਮਨਾ ਨਹੀਂ ਕਰ ਸਕਦਾ ਤੇ ਉੱਥੇ ਵੀ ਕੋਈ ਮਨਾ ਨਹੀਂ ਕਰ ਸਕਦਾ। ਤੇ ਧਰਮਰਾਜੇ ਨੇ ਸਤਬਚਨ ਕਹਿੰਦੇ ਹੋਏ ਰਾਜਾ ਜਨਕ ਨੂੰ ਲੈ ਕੇ ਗਏ ਨਰਕ ਵਿੱਚ। ਤੇ ਜਦ ਉਹਨਾਂ ਨੇ ਨਰਕ ਵਿੱਚ ਦੇਖਿਆ ਕਿ ਇੰਨਾ ਕੁਝ ਪਸਾਰਾ ਹੋ ਰਿਹਾ ਹੈ, ਕਿ ਬੰਦਿਆਂ ਨੂੰ ਮਾਰਿਆ ਜਾ ਰਿਹਾ ਹੈ, ਮੂੰਹ ਕਾਲਾ ਕਰਕੇ ਸੁੱਟਿਆ ਜਾ ਰਿਹਾ ਹੈ, ਤੜਫਾਇਆ ਜਾ ਰਿਹਾ ਆਤਮਾ ਨੂੰ,
ਤੇ ਮਹਾਰਾਜ ਨੇ ਕਿਹਾ ਕਿ ਧਰਮ ਰਾਜਾ ਜੀ ਇੰਨਾ ਬਦਸਲੂਕੀ ਇੰਨਾ ਕਿਉਂ ਕਰ ਰਹੇ ਹੋ ਇਹਨਾਂ ਨਾਲ? ਕਹਿੰਦੇ ਨੇ ਮਹਾਰਾਜ ਇਹਨਾਂ ਦੇ ਕਰਮ ਇਹੋ ਜਿਹੇ ਨੇ ਕਿ ਸਾਨੂੰ ਅਕਾਲ ਪੁਰਖ ਤੋਂ ਹੁਕਮ ਹੋਇਆ ਕਿ ਇਹਨਾਂ ਨੂੰ ਇੰਝ ਹੀ ਪਾੜਨਾ ਹੈ, ਇਹਨਾਂ ਦੇ ਹਿਸਾਬ ਬਰਾਬਰ ਕਰਨ ਵਾਸਤੇ ਇਹਨਾਂ ਨੂੰ ਸਜ਼ਾ ਦੇਣੀ ਪੈਣੀ ਹੈ। ਤੇ ਰਾਜਾ ਜਨਕ ਨੇ ਉਸ ਟਾਈਮ ਕਿਹਾ, ਹੈਲੋ ਵਾਹਿਗੁਰੂ ਜੀ। ਹਾਂਜੀ ਹਾਂਜੀ ਆ ਰਹੀ ਆਵਾਜ਼। ਹਾਂਜੀ ਸੌਰੀ ਆਂਟੀ ਕਾਲ ਆ ਗਈ ਸੀ, ਸੌਰੀ। ਤੇ ਉਹਨਾਂ ਨੇ ਕਿਹਾ ਕਿ ਮਹਾਰਾਜ ਧਰਮਰਾਜ ਨੂੰ, ਰਾਜਾ ਜਨਕ ਜੀ ਨੇ, ਕਿ ਮੈਂ ਸਭ ਕੁਝ ਨਹੀਂ ਦੇਖ ਸਕਦਾ, ਤੁਸੀਂ ਇਹਨਾਂ ਸਭ ਨੂੰ ਨਾ ਸਵਰਗ ਵਿੱਚ ਭੇਜ ਦਿਓ। ਆਈ ਥਿੰਕ ਇਹ ਸਭ ਨੇ ਸੁਣੀ ਵੀ ਹੋਣੀ ਹੈ। ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਆਪਣਾ ਕੁਝ ਹਿੱਸਾ, ਹਾਂਜੀ 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 ਮੈਂ ਹਾਂਜੀ ਹਾਂਜੀ ਉਹ ਸਵਰਗ ਇੱਥੇ ਨਹੀਂ ਕਿਹਾ ਸੀ, ਪਰ ਉਹ ਕਹਿੰਦੇ ਸੀ ਕਿ ਇਹਨਾਂ ਨੂੰ ਫ੍ਰੀ ਕਰ ਦਿਓ ਇੱਥੋਂ, ਇਹਨਾਂ ਨੂੰ ਫ੍ਰੀ ਕਰ ਦਿਓ। ਹੋ ਗਏ ਸੀ। ਹਾਂ ਹਾਂਜੀ, ਤੇ ਉਹਨਾਂ ਨੇ ਇਹੀ ਕਿਹਾ ਸੀ ਕਿ ਇਹਨਾਂ ਨੂੰ ਫ੍ਰੀ ਕਰ ਦਿਓ। ਤੇ ਧਰਮਰਾਜੇ ਨੇ ਕਿਹਾ ਕਿ ਮਹਾਰਾਜ ਇਹਨਾਂ ਦੇ ਜੋ ਪਾਪ ਹੈਗੇ ਨੇ ਨਾ, ਮੈਂ ਤਰਾਜੂ ਤੇ ਰੱਖੇ ਹੋਏ ਨੇ, ਤੇ ਮੈਂ ਉਹਨਾਂ ਦਾ ਹਿਸਾਬ ਕਿਵੇਂ ਦਿਆਂਗਾ ਫਿਰ ਅਕਾਲ ਪੁਰਖ ਵਾਹਿਗੁਰੂ ਨੂੰ? ਤੇ ਕਹਿੰਦੇ ਨੇ ਕੁਝ ਉਹਦੇ ਬਦਲੇ ਤੇ ਦੇਣਾ ਪੈਣਾ ਜੋ ਇਹਨਾਂ ਦੇ ਪਾਪਾਂ ਦਾ ਹਿਸਾਬ ਕਰ ਸਕੇ, ਜਾਂ ਤੇ ਸਜ਼ਾ ਨਿਪਟਾਨ ਆਪਣੀ ਤੇ ਪਾਪ ਆਪਣੇ ਕੰਮ ਕਰਕੇ ਜਾਣ, ਜਾਂ ਕੁਝ ਹੋਏ। ਤੇ ਉਹਨਾਂ ਨੇ ਕਿਹਾ ਸੀ ਰਾਜਾ ਜਨਕ ਜੀ ਨੇ ਕਿ ਤੁਸੀਂ ਸਾਡੀ ਬੰਦਗੀ ਦਾ ਕੀਤਾ ਹੋਇਆ। ਨਹੀਂ, ਉਹਨਾਂ ਨੇ ਪੁੱਛਿਆ ਸੀ ਕਿ ਕੀ ਕਰ ਸਕਦਾ ਮੈਂ, ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਬੰਦਗੀ ਦੇ ਪਤਾ ਨਹੀਂ ਕਿੰਨੇ ਇੱਕ क्षण ਹਾਂ ਜੋ ਵੀ ਸੀਗਾ, ਕਹਿੰਦੇ ਬੰਦਗੀ ਦਾ ਇੱਕ क्षण। ਅੱਜ ਆਂਟੀ ਮੈਂ ਇਹ ਸੁਣਿਆ ਸੀ ਕਿ ਉਹਨਾਂ ਨੇ ਕਿਹਾ ਕਿ ਇਹ ਕਿਵੇਂ ਬਰਾਬਰ ਕਰਾਂਗੇ, ਤੇ ਕਹਿੰਦੇ ਕਿ ਰਾਜਾ ਜਨਕ ਜੀ ਨੇ ਆਪ ਕਿਹਾ ਕਿ ਸਾਡੀ ਜ਼ਿੰਦਗੀ 'ਚ ਕੀਤੀ ਗਈ ਬੰਦਗੀ ਦਾ ਇੱਕ क्षण ਲੈ ਕੇ ਤਰਾਜੂ ਦੀ ਦੂਜੀ ਤਰਫ ਰੱਖ ਦਿਓ। ਤੇ ਕਹਿੰਦੇ ਜਦ ਇੱਕ क्षण ਉਹਨਾਂ ਦਾ ਰੱਖਿਆ ਬੰਦਗੀ ਕੀਤਾ ਹੋਇਆ, ਤੇ ਪੂਰੇ ਨਰਕ ਦੇ ਪਾਪ ਉਹ ਹਲਕੇ ਪੈ ਗਏ ਉਹਦੇ ਵੱਲ। ਤੇ ਅੱਗੇ ਉਹਨਾਂ ਨੇ ਹਾਸਾ ਕਰਦੇ ਕਿਹਾ ਕਿ ਫਿਰ ਧਰਮ ਰਾਜਾ ਕਹਿੰਦਾ ਮਹਾਰਾਜ ਹੁਣ ਮੈਂ ਕੀ ਕਰਾਂ, ਮੇਰਾ ਤਾਂ ਕੰਮ ਹੀ ਖਤਮ ਹੋ ਗਿਆ ਸਾਰਾ, ਹੁਣ ਮੈਂ ਕਿੱਥੇ ਜਾਵਾਂ? ਤੁਸੀਂ ਨਰਕ ਤੇ ਖਾਲੀ ਕਰਤੇ ਤੇ ਮੈਂ ਕਿੱਥੇ ਜਾਵਾਂ? ਤੇ ਰਾਜਾ ਜਨਕ ਨੇ ਕਿਹਾ ਸੀ ਤੂੰ ਚਿੰਤਾ ਨਾ ਕਰ, ਕਲਯੁਗ ਆਏਗਾ ਤੇਰਾ ਨਰਕ ਫਿਰ ਭਰ ਜਾਏਗਾ, ਕਿਉਂਕਿ ਤੁਝੇ ਤੇ ਬਹੁਤ ਬੰਦੇ ਆਣੇ ਨੇ ਜਿਨ੍ਹਾਂ ਨੇ ਅਕਿਰਤਕਣ ਬੰਦੇ ਸਾਡੇ ਵਰਗੇ ਬਹੁਤ ਆਣੇ ਨੇ ਜਿਨ੍ਹਾਂ ਨੇ ਨਰਕਾਂ 'ਚ ਜਗ੍ਹਾ ਲੈਣੀ ਹੈ। ਤੇ ਮੋਰਲ ਆਫ ਦਾ ਸਟੋਰੀ ਉਹਨਾਂ ਨੇ ਇਹੀ ਕਿਹਾ ਕਿ ਜੋ ਤੇ ਉਹਦੀ ਰਜਾ ਵਿੱਚ ਆ ਕੇ ਉਹਦਾ ਨਾਮ ਜਪਣ ਲੱਗ ਜਾਂਦਾ, ਉਹਦੀ ਪਹਿਲੀ ਗੱਲ ਤਾਂ ਹਰ ਜਗ੍ਹਾ ਚੱਲਦੀ ਹੈ, ਇੱਥੇ ਵੀ ਤੇ ਉੱਥੇ ਵੀ। ਤੇ ਉਹਦੀ ਇੰਨੀ ਮਹਾਨਤਾ ਹੈਗੀ ਹੈ, ਇੱਕ ਭਗਤੀ ਕੀਤਾ ਹੋਇਆ ਪਲ ਵੀ ਸਾਰੇ ਪਾਪਾਂ ਨੂੰ ਜਦ ਧੋ ਸਕਦਾ ਹੈ। ਤੇ ਅਸੀਂ ਜਦ ਮੰਗਣ ਤੇ ਆਵਾਂ ਤੇ ਇੱਕੋ ਹੀ ਮੰਗੀਏ ਕਿ ਮਹਾਰਾਜ ਇਹ ਦਾਤ ਦੇ ਦੇ ਕਿ ਤੇਰਾ ਨਾਂ ਲੈਣਾ ਆ ਜਾਏ, ਕਿ ਤੈਨੂੰ ਬੁਲਾਉਣਾ ਆ ਜਾਏ, ਤੇਰੇ ਕੋਲ ਮੰਗਣਾ ਆ ਜਾਏ, ਕਿਉਂਕਿ ਸਾਨੂੰ ਮੰਗਣ ਦੀ ਵੀ ਜਾਚ ਨਹੀਂ ਹੈਗੀ। ਸਾਡੇ ਤੇ ਕਿਰਪਾ ਕਰਦੇ ਦੀਨ ਦਿਆਲ ਸੱਚੇ ਪਾਤਸ਼ਾਹ, ਤੇਰੀ ਬਾਣੀ ਨਾਲ ਜੁੜੀਏ, ਤੇਰੇ ਸ਼ਬਦ ਨਾਲ ਜੁੜੀਏ, ਤੇਰੀ ਸੰਗਤਾਂ ਨਾਲ ਜੁੜੀਏ। ਸਭ ਧੰਨ ਹੈਗਾ, ਸਭ ਧੰਨ ਯੋਗ ਹੈ, ਉਹਦੇ ਨਾਲ ਜੁੜ ਕੇ ਆਪਣਾ ਵੀ ਜੀਵਨ ਪਸਾਰਾ ਸਫਲ ਕਰੀਏ। ਅੱਗੇ बढ़ते हुए सब कुदरत पौन पानी बसंतर कुदरत धरती खाक, कहते ने हवा जल पंचों तत्त सब तेरी कुदरत दे अधीन होके सब चल रहे ने। ते ऐदा हुण अगे आने वाली पौड़ियां च भी असी ऐ सब फिर पढ़ांगे जद महाराज पै विच कहंदे पै विच सूरज पै विच चंद, ओदे च ऐ सारियां चीजां असी वापस पढ़ांगे कि जद महाराज कहंदे ने सारा जो सृष्टि चल रही है ऐ सब तेरे हुक्म दे अंदर तेरे पै तो चल रही है। वो आने वाली पौड़ियां च पढ़ांगे, ओदे च यही चीज फिर तो पढ़ांगे असी। अगे महाराज कहंदे सब तेरी कुदरत तू कादर करता पाकी ना ही पाक। अगेन महाराज वही कहंदे कि सारी कुदरत भी तू वसाई है, चलण वाला भी तू, चलाण वाला भी तू, नाम जपण वाला भी तू, जपाण वाला भी तू, ते तू ही विच बह के सब कुछ करा रहे हैं। ते सबना चों इक्को ही कहने ने सब झूठ है, सिर्फ इक्को ही सच है, वो है तेरा नाम, उहदे अलावा सब झूठ है। नानक हुक्म अंदर वेखै वरतै ताको ताक। महाराज आप नू नीवा समझा के कहंदे ने कि महाराज जी आप जी अंदर वेख रहे हो
ਆਪ ਹੀ ਸਭ ਕੁਝ ਕਰਾ ਕੇ, ਸਭ ਕੁਝ ਹੁਕਮ ਦੇ ਕੇ ਆਪ ਹੀ ਅੰਦਰੋਂ ਦੇਖ ਰਹੇ ਹੋ ਤੁਸੀਂ। ਕਹਿੰਦੇ ਨੇ ਤੂੰ ਆਪ ਹੀ ਅੰਦਰ ਬਹਿ ਕੇ ਆਪ ਹੀ ਸਭ ਕੁਝ ਕਰਾ ਰਹੇ ਹੈ ਤੇ ਆਪ ਹੀ ਉਸ ਚੀਜ਼ ਦਾ ਵਿਆਪਕ ਹੈਗਾ। ਨਾਨਕ ਹੁਕਮੇ ਅੰਦਰ ਵੇਖਿਆ ਵਰਤੈ ਤਾਕੋ ਤਾਕ ਪੌੜੀ। ਪਾਕੀ ਨਹੀਂ ਪਾਕ ਦਾ ਕੀ ਮਤਲਬ? पाकी आंटी ऐदा मैं पाकी नहीं पाक दा मैं कहना कि इसका ऐदा लिखा तुहाडा नाम पवित्र दा परम पवित्र है। पवित्रा इचो पवित्र है गया। पाकी पाकी मींस पवित्र, पाकी नहीं पाक रे पवित्रा विचो पवित्र तुहाडा नाम है। इंग्लिश में लिखा है योर नेम इज द होलीएस्ट ऑफ द होली। ओके पौड़ी पढ़ो, पौड़ी पढ़े। कौन पढ़े? हरमीत पढ़ लो। पढ़े अपने आप समझे। आप आज बेटी जी पढ़ो। हाँ जी पढ़ लो बेटे। मेरे ना हज बहुत रनिंग नोज हो रहे हैं इसका। ओके। आप ही ने आप साजियो, आप ही ने रचियो नाव, दोए कुदरत साजी कर आसन डिठो चाओ, दाता करता आप तू तुस देवे करे पसाओ, तू जानोई सबसे दे ले से जिंद कवाओ, कर आसन डिठो चाओ, कर तुसी केड़ा पढ़ रहे हो? ते पौड़ी कुछ और है। आंटी तीजी पौड़ी पढ़ो। आपी ने के होए पसमन को हरदार आप मम्मी के नाम में पढ़ना। अच्छा पढ़ ले मम्मी पढ़। आप ही ने पोक के हुए पढ़ रहे मम्मा पढ़ रहे। हाँ जी वेट करो। आप ही ने आप के हुए पसमन पोस गाया, बड़ा हुआ सुनिदार दल संगल का चलाया, अगे करने कीर्त वाचिए पहले कर समझाया, कौन होई पौधी सुने क्या रुलाया, माने अंधे जन्म गवाया, माने अंधे जन्म गवाया। वाहिगुरु वाहिगुरु। ਹੁਣ ਆਂਟੀ ਇਹਦੇ ਮਹਾਰਾਜ ਉਹੀ ਦੱਸ ਰਹੇ ਜੋ ਜਿਨ੍ਹਾਂ ਨੇ ਨਰਕਾਂ 'ਚ ਜਾਣਾ ਨਾ, ਜਿਨ੍ਹਾਂ ਨੇ ਨਰਕਾਂ 'ਚ ਪਹੁੰਚਣਾ, ਉਹਨਾਂ ਦਾ ਇਹ ਜੀਵਨ ਸ਼ੈਲੀ ਰਹਿਣੀ ਜੀ। ਉਹਨਾਂ ਨੇ ਕੀ ਕਰਨਾ ਹੈ? ਮਹਾਰਾਜ ਕਹਿੰਦੇ ਨੇ ਕਿ ਇਨਸਾਨੀ ਜੀਵਨ ਕਿਰਦਾ ਮਾਟੀ ਕਾ ਪੁੱਤਰਾ कैसे नचत है, देखे देखे सुने बोले दौड़ियो फिरत है, जब कछ पावे तब गर्भ करत है, माया गई तब रोवण लगत है। ऐ भगत रविदास जी दा शब्द। महाराज कहंदे ने आपी ने भोग भोग के होए पसमड़ भौर सिधाया, रंगरलियां मान के बंदा खुद स्वाद ही ढेरी हो जाता है। महाराज कृपा कर दे ते ओदी जो आत्मा है ओदा जीवन इंज ही बतीत हो जाता है। रंगरलियां ਹੁਣ ਇਨਸਾਨ ਇਨਸਾਨੀ ਤੌਰ ਸਰੀਰਕ ਤੌਰ ਤੇ ਰੰਗਰਲੀਆਂ ਮਨਾਉਂਦਾ ਹੈ, ਮਾਨਸਿਕ ਤੌਰ ਤੇ ਰੰਗਰਲੀਆਂ ਮਨਾਉਂਦਾ ਹੈ ਤੇ ਇਹਦੇ ਵਿੱਚ ਹੀ ਮਾਰਾ ਕਹਿੰਦੇ ਉਹਦਾ ਜੀਵਨ ਨਿਕਲ ਜਾਂਦਾ ਹੈ। ਤੇ ਭਗਤ ਰਵਿਦਾਸ ਜੀ ਕਹਿੰਦੇ ਨੇ ਕਿ ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖਿਆ ਦੇਖਿਆ ਸੁਣੇ ਬੋਲੇ ਦੌੜਿਓ ਫਿਰਤ ਹੈ। ਕਹਿੰਦੇ ਜਦ ਦਾ ਪੈਦਾ ਹੋਇਆ ਤਾਂ ਜਦ ਤੱਕ ਮਰਦਾ ਇਹੀ ਕੰਮ ਕਰਦਾ ਰਹਿੰਦਾ ਕਿ ਉੜਦਾ ਖਾਂਦਾ ਕੰਮ ਤੇ ਜਾਂਦਾ ਆਂਦਾ ਖਾਂਦਾ, ਇੱਧਰ ਦੀ ਗੱਲ ਉੱਧਰ, ਉੱਧਰ ਦੀ ਗੱਲ ਇੱਧਰ, ਚੁਗਲੀ ਨਿੰਦਾ ਕਰਕੇ ਫਿਰ ਆ ਕੇ ਖਾ ਪੀ ਕੇ ਫਿਰ ਸੋ ਜਾਂਦਾ ਤੇ ਫਿਰ ਇੰਜ ਹੀ ਪੂਰਾ ਜੀਵਨ ਬਤੀਤ ਕਰ ਦਿੰਦਾ। ਆਪੀ ਨੇ ਭੋਗ ਭੋਗ ਕੇ ਹੋਏ ਪਸਮੜ ਪੌਰ ਸਿਧਾਇਆ, ਵੱਡਾ ਹੋਆ ਦੁਨੀਦਾਰ ਗਲ ਸੰਗਲ ਕੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ, थाव ना होई पाउदी पाउदी, थाव ना हुई पाउदी, हुन सुनिए क्या रुआया, मन अंधे जन्म गवाया, मन अंधे जन्म गवाया। महाराज कहते कि मन अंधे ने इंसानी रूप जीवन गवाता की करदे करदे आपी ने भोग भोग के होए पसमड़ पौर सदाया। फिर महाराज आसा राग गुरु अर्जन देव महाराज जी जपदे ने पई प्रापत मानुख दे हुरिया, गोबिंद मिलन की ये तेरी बरिया, अवर काज तेरे किते ना काम, मिल साध संगत भज केवल नाम। ਤੇ ਸਾਡਾ ਜੋ ਜੀਵਨ ਹੈ ਅਵਰ ਕਾਜਾਂ ਦੇ ਵਿੱਚ ਹੀ ਚੱਲਿਆ ਜਾਂਦਾ ਹੈ।
ਪੂਰਾ ਜੀਵਨ ਅਵਰ ਕਾਜਾਂ ਦੇ ਵਿੱਚ ਹੀ ਚਲਾ ਗਿਆ। ਇਹ ਜੋ ਮਾਨੁਕ ਦੇਹੁਰੀਆ ਪ੍ਰਾਪਤ ਹੋਈ ਸੀ, ਇਹ ਮਨ ਅੰਦੇ ਜਨਮ ਗਵਾਇਆ, ਇਹ ਜਨਮ ਗਵਾ ਲਿਆ। ਫਿਰ 84 ਲੱਖ ਦੇ ਗੇੜੇ 'ਚ ਲੱਗੇਗਾ, ਫਿਰ ਪਤਾ ਨਹੀਂ ਕਦ ਇਨਸਾਨੀ ਰੂਪ ਮਿਲੇਗਾ, ਫਿਰ ਕਦਾ ਨਹੀਂ ਪਰਮਾਤਮਾ ਦੀ ਬੰਦਗੀ ਕਰਨ ਦਾ ਮੌਕਾ ਕਦ ਮਿਲੇਗਾ, ਫਿਰ ਪਤਾ ਨਹੀਂ ਹੈ ਸਰੂਪ ਕਦ ਮਿਲੇਗਾ ਜਦ ਅਸੀਂ ਗੁਰਦੁਆਰੇ ਜਾ ਕੇ ਬੈਠ ਸਕਾਂਗੇ, ਬਾਣੀ ਨੂੰ ਜਪ ਸਕਾਂਗੇ ਤੇ ਆਪਣਾ ਕੁਝ ਸਵਾਰਾ ਕਰ ਸਕਾਂਗੇ। ਮਰ ਕਹਿੰਦੇ ਇਹ ਹੀ ਕੰਮ ਕਰਦੇ ਕਰਦੇ ਮਾਇਆ ਦੇ ਜਾਲਾਂ 'ਚ ਫਸਦੇ ਉਹਨੇ ਆਪਣਾ ਜਨਮ ਗਵਾ ਲਿਆ। ਤੇ ਉਹਦੀ ਕਹਿੰਦੇ ਨੇ ਜਦ ਦੁਨੀਆਦਾਰ ਮਰ ਜਾਂਦਾ ਹੈ, ਉਸਦੀ ਗਰਦਨ ਦੁਆਲੇ ਜੰਜੀਰ ਪਾ ਲਿਆ ਜਾਂਦਾ ਤੇ ਅੱਗੇ ਲੈ ਜਾ ਜਾਂਦਾ ਹੈ। ਇਹਦੇ ਤੇ ਮਹਾਰਾਜ ਅੱਗੇ ਵੀ ਕਹਿੰਦੇ ਨੇ ਕਿ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਅੰਦਰ ਜਾਵਣਾ। ਕਹਿੰਦੇ ਨੇ ਉਹਦੇ ਚ ਕਹਿੰਦੇ ਨੰਗਾ ਦੋਚਕ ਚਾਲਿਆ ਤਾਂ ਦਿਸੇ ਖਰਾ ਡਰਾਵਣਾ। ਕਹਿੰਦੇ ਜਦ ਨੰਗਾ ਜਾ ਰਿਹਾ ਹੁੰਦਾ ਨਾ, ਸੋਟੀਆਂ ਖਾਂਦਾ ਹੋਇਆ, ਮੂੰਹ ਕਾਲਾ ਕਰਦਾ ਹੋਇਆ, ਤੇ ਆਪਣੇ ਆਪ ਨੂੰ ਦੇਖ ਕੇ ਡਰਦਾ ਇਨਸਾਨ ਕਿ ਮੈਂ ਆਪਣਾ ਇਹ ਕੀ ਹਸ਼ਰ ਬਣਾ ਲਿਆ, ਜੋ ਇਨਸਾਨੀ ਜੀਵਨ ਮਿਲਿਆ ਸੀ ਉਹ ਮੈਂ ਕਿਵੇਂ ਗਵਾਤਾ। ਅੱਗੇ ਕਰਨੀ ਕੀਰਤ ਵਾਚੀ ਹੈ, ਬੈਲੇਖਾ ਕਰ ਸਮਝਾਇਆ। ਕਹਿੰਦੇ ਨੇ ਉੱਥੇ ਉਸਦੇ ਚੰਗੇ ਤੇ ਮੰਦੇ ਅਮਲ ਵਿਚਾਰੇ ਜਾਂਦੇ ਨੇ। ਚਿੱਤਰਗੁਪਤ ਜਦ ਪੂਰਾ ਹਿਸਾਬ ਖੋਲਦੇ ਨੇ ਮਹਾਰਾਜ ਦੇ ਅੱਗੇ ਤੇ ਉਹਨੂੰ ਦੱਸਦੇ ਨੇ ਕਿ ਇਹਨੇ ਕੀ ਕੀ ਕੀਤਾ, ਤੇ ਕਹਿੰਦੇ ਨੇ ਫਿਰ ਉਹਦਾ ਹਿਸਾਬ ਕਿਤਾਬ ਜਦ ਪੜਿਆ ਜਾਂਦਾ ਹੈ, ਅੱਗੇ ਕਰਨੀ ਕੀਰਤ ਵਾਚੀ ਬੈਲੇਖਾ ਕਰ ਸਮਝਾਇਆ। ਫਿਰ ਉਹਨੂੰ ਦੱਸਦੇ ਨੇ ਕਿ ਤੂੰ ਇਹ ਕੀਤਾ ਤੇ ਤੂੰ ਕਿੱਥੇ ਜਾਏਂਗੇ। ਫਿਰ ਕਹਿੰਦੇ ਥਾਉ ਨਾ ਹੋਈ ਪਾਉ ਦੀ ਹੁਣ ਸੁਣੀਏ ਕਿਆ ਰੁਆਇਆ। ਤੇ ਕਹਿੰਦੇ ਥਾਉ ਨਾ ਹੋਈ ਪਾਉ ਦੀ ਨੂੰ ਕਹਿੰਦੇ ਜਦ ਕੁੱਟ ਪੈਂਦੀ ਹੈ ਨਾ, ਤਦ ਉਸ ਨੂੰ ਕੋਈ ਆਪਸ਼ਨ ਨਹੀਂ ਮਿਲਦਾ, ਉਹਨੂੰ ਕੋਈ ਥਾਂ ਨਹੀਂ ਮਿਲੇਗੀ। ਉਹਨੂੰ ਜਦ ਪਤਾ ਲੱਗੇਗਾ ਕਿ ਹੁਣ ਜਦ ਇੱਥੇ ਤੱਕ ਪਹੁੰਚ ਗਿਆ ਤੇ ਇਸ ਤੋਂ ਇਲਾਵਾ ਵਾਪਸ ਜਾਣ ਦਾ ਕੋਈ ਰਸਤਾ ਨਹੀਂ ਰਹਿ ਗਿਆ, ਤੇ ਫਿਰ ਉਹ ਹੋਰ ਅੱਗੇ ਰੋਂਦਾ। ਉਹ ਰੋਂਦਾ ਆਪਣੇ ਪੀੜ ਦੇ ਅੰਦਰ ਰੋਂਦਾ, ਕਿਉਂਕਿ ਹੁਣ ਕੋਈ ਚਾਰਾ ਨਹੀਂ ਰਹਿ ਗਿਆ, ਹੁਣ ਵਾਪਸ ਗੇੜਿਆਂ ਤੇ ਲੱਗਣਾ ਪੈਣਾ। ਬਟ ਮਹਾਰਾਜ ਸਾਨੂੰ ਸਮਝਾ ਰਹੇ ਨੇ ਕਿ ਹੁਣ ਤੁਸੀਂ ਪੜਿਆ ਹੈ ਤੇ ਤੁਹਾਨੂੰ ਸਮਝ ਆ ਸਕੇ। ਮਹਾਰਾਜ ਆਪ ਕਿਰਪਾ ਕਰਨ, ਦੀਨ ਦਿਆਲ ਸੱਚੇ ਪਾਤਸ਼ਾਹ ਆਪ ਮਿਹਰ ਕਰਨ, ਸਾਡੀ ਅਰਦਾਸ ਸੁਣਨ ਕਿ ਸਾਨੂੰ ਇਹ ਪੜ੍ਹ ਕੇ ਸੋਝੀ ਆਏ, ਇਹ ਜੀਵਨ ਬਾਣੀ ਅਸੀਂ ਆਪਣੇ ਜੀਵਨ ਵਿੱਚ ਪ੍ਰੈਕਟੀਕਲ ਕਰਕੇ ਦੇਖ ਸਕੀਏ, ਜੀਵਨ ਵਿੱਚ ਵਰਤਾ ਸਕੀਏ, ਕਿ ਅਸੀਂ ਵੀ ਕੁਝ ਖੱਟ ਕੇ ਜਾਈਏ। ਨਹੀਂ ਤੇ ਸਾਡਾ ਵੀ ਉਹੀ ਹਾਲ ਹੋਣਾ ਹੈ ਕਿ ਆਪਣੇ ਭੋਗ ਕੇ ਉਹ ਪਸਮੜ ਪੌਰ ਸਦਾਇਆ, ਵੱਡਾ ਹੋਆ ਧੁਨੀਦਾਰ ਫਿਰ ਸੰਗਲ ਕੱਤ ਚਲਾਇਆ। ਅੱਗੀ ਕਰਨੀ ਕੀਰਤ ਵਾਚਿਆ ਬੇਲੇਖਾ ਕਰ ਸਮਝਾਇਆ। ਸਾਉ ਨਾ ਹੋਆ ਪਾਉ ਦੀ ਹੁਣ ਸੁਣੀਏ ਕਿਆ ਰੁਆਇਆ। ਮਨ ਅੰਧੇ ਜਨਮ ਗਵਾਇਆ, ਮਨ ਅੰਧੇ ਜਨਮ ਗਵਾਇਆ, ਮਨ ਅੰਧੇ ਜਨਮ ਗਵਾਇਆ, ਮਨ ਅੰਧੇ ਜਨਮ ਗਵਾਇਆ, ਮਨ ਅੰਧੇ